ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। हे सच्चे पातशाह, आप जी ने बड़ी महान किरपा की है। ये जो समा गुरबाणी शब्द विचारण का बख्शिश किया है, सो आप किरपा करो, मेरे मन नूं गुरबाणी की सोझी बख्शो। सो गुरबाणी दे अंदर शब्द आया अरदास, जो हर एक व्यक्ति अरदास करता है, जिसनूं बेनती भी आखदे हां, जोदड़ी आख दिंदे हां, मिन्नत आख दिंदे हां, तरला कहदे हां, अरदास आखदे। हर एक मत दे विच आपो अपनी अरदास है। इसे तरह ही जिहड़ी गुरमत है, इस दे अंदर भी अरदास है। जिहड़े जिहड़े गुरमुखां ने अरदास कीती है, उन्होंने दस्सिया है कि अरदास की हुंदी है, किस तरीके दे नाल करनी है, अरदास पूरी होने की की निशानी है। सारा कुछ हे मेरे मना गुरबाणी दे अंदर पातशाह ने समझाया है। क्योंकि परमेश्वर ने ये सारी सोझी बख्शी कि अरदास किस दे अगे करनी, क्योंकि गुरबाणी परमेश्वर तो आई है। सब तो पहली गल कि पातशाह कहंदे पन्ना 49 दे उपर श्री राग दे अंदर पंजवें पातशाह हे मेरे मना इस मत दिंदे। श्री राग महला पंजवा, तिस आगे अरदास कर जो मेले करतार। सतगुर दाता नाम का पूरा जिस भंडार, सदा सदा सालाही है अंत न पारावार। हुण पातशाह ने इत्थे दस्सिया भी अरदास किहदे अगे करनी। अज अरदास का भी काफ़ी वाद विवाद चल रहा है साडी गुरमत के अंदर भी। सो कई कहते हैं भी अरदास करने की तो कोई लोड़ नहीं है, भी परमेश्वर सारा कुछ जानता ही है। पिछों गुरबाणी की पंक्ति पढ़ देंगे, बिन बोलिया सब कुछ जानता किस आगे कीचे अरदास। भी वो जो सब कुछ जानता ही है, बिना बोलिया तो ही पता ही है उन्होंने, फिर वो अगे अरदास करने का की भाव, भी वो फिर कोई फायदा नहीं है। सो काफ़ी इस तरह का
ਵਾਦ ਵਿਵਾਦ ਚੱਲ ਪੈਂਦਾ ਹੈ। ਫਿਰ ਕਈ ਕਹਿੰਦੇ ਆ ਵੀ ਅਰਦਾਸ ਕਰਨੀ ਬਹੁਤ ਜ਼ਰੂਰੀ ਹੈ, ਪਹਿਲਾਂ ਤੋਂ ਹੀ ਕਰਦੇ ਆਉਂਦੇ ਨੇ। ਨਾ ਤਾਂ ਹੁਣ ਪੂਰੀ ਤਰ੍ਹਾਂ ਉਹ ਸਮਝ ਆਉਂਦੇ ਹੈ ਕਿ ਕਰਨੀ ਕਿਉਂ ਜ਼ਰੂਰੀ ਹੈ, ਨਾ ਉਹ ਦੂਸਰੇ ਸਮਝਾਉਂਦੇ ਆ ਵੀ ਕਿਉਂ ਨਹੀਂ ਕਰਨੀ ਜ਼ਰੂਰੀ। ਪੰਗਤੀਆਂ ਉਹ ਵੀ ਗੁਰਬਾਣੀ ਦੀਆਂ ਲੈ ਲੈਂਦੇ ਆ, ਗੁਰਬਾਣੀ ਦੀ ਪੰਗਤੀ ਉਹ ਵੀ ਲੈ ਲੈਂਦੇ ਆ। ਲੈਣ ਵਾਲਿਆਂ ਨੇ ਜਿਹੜੇ ਅਰਦਾਸ ਕਰਦੇ ਆ ਉਹ ਕਹਿੰਦੇ ਗੁਰਬਾਣੀ 'ਚ ਲਿਖਿਆ ਹੈ, ਤੂੰ ਠਾਕਰ ਤੁਮ ਪਏ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਵੀ ਗੁਰਬਾਣੀ ਦੀ ਪੰਗਤੀ ਆਉਂਦੀ ਹੈ ਵੀ ਅਰਦਾਸ ਕਰਨੀ ਚਾਹੀਦੀ ਹੈ। ਦੋਏ ਕਰ ਜੋੜ ਕਰੋ ਅਰਦਾਸ। ਉਹ ਦੂਸਰੀ ਧਿਰ ਫਿਰ ਇਹ ਗੱਲ ਕਹਿ ਦਿੰਦੀ ਹੈ ਕਿ ਦੇਖੋ ਜੀ, ਇਹ ਵੀ ਤਾਂ ਫਿਰ ਪੰਗਤੀ ਗੁਰਬਾਣੀ 'ਚ ਹੀ ਆਉਂਦੀ ਹੈ ਕਿ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਅੱਗੇ ਕੀਚੇ। ਸੋ ਮੈਂ ਸੁਣੀਆਂ ਇਹ ਗੱਲਾਂ, ਕੁਛ ਵਾਦ ਵਿਵਾਦ। ਫਿਰ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਤੁਸੀਂ ਤਾਂ ਕੋਈ ਰਾਹ ਪਾਓ ਨਾ, ਵੀ ਗੱਲ ਫਿਰ ਕੀ ਹੈ। ਗੱਲ ਵਾਕਈ ਠੀਕ ਹੈ ਕਿ ਤੁਹਾਡੇ ਦੋਨੇ ਬਚਨ ਤੁਹਾਡੇ ਨੇ, ਫਿਰ ਸਾਨੂੰ ਪਟੰਤਰਾ ਕਿਵੇਂ ਹੋਵੇਗਾ, ਮੇਰੇ ਮਨ ਨੂੰ ਸੰਤੁਸ਼ਟੀ ਕਿਵੇਂ ਹੋਵੇਗੀ, ਸੱਚਾਈ ਕੀ ਹੈ, ਮੈਂ ਤਾਂ ਤੁਹਾਤੋਂ ਹੀ ਪੁੱਛਣਾ ਜਦੋਂ ਬਚਨ ਤੁਹਾਡੇ ਨੇ ਦੋਨੋਂ ਹੀ। ਸੋ ਆਪਾਂ ਗੁਰ ਕਿਰਪਾ ਦੁਬਾਰਾ ਜਿੰਨੀ ਕੁ ਸੋਝੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਬਖਸ਼ੂਗੀ, ਆਪਾਂ ਉਨੀ ਵਿਚਾਰ ਕਰਾਂਗੇ। ਬਾਕੀ ਜੇ ਕਿਸੇ ਕੋਲ ਵੱਧ ਹੋਵੇ ਸੋਝੀ ਤਾਂ ਜ਼ਰੂਰ ਵਿਚਾਰ ਕਰੇ, ਆਪਾਂ ਸੁਣਾਂਗੇ ਉਹਨਾਂ ਦੀ ਵੀ ਗੱਲ। ਇਹ ਨਹੀਂ ਗੱਲ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀ ਹੈ ਕਿਛ ਕਹੀ ਹੈ। ਸੋ ਪਹਿਲਾਂ ਆਪਾਂ ਇਹ ਦੇਖੀਏ ਵੀ ਅਰਦਾਸ ਕਰਨੀ ਕਿਹਦੇ ਅੱਗੇ। ਗੁਰਬਾਣੀ ਦੇ ਅੰਦਰ ਅਰਦਾਸ ਸਤਿਗੁਰ ਦੇ ਅੱਗੇ ਕਰਨ ਦਾ ਆਰਡਰ ਹੈ। ਪਰਮੇਸ਼ਰ ਨੇ ਕਿਹਾ ਵੀ ਤੁਸੀਂ ਆਪਣੇ ਸਤਿਗੁਰ ਦੇ ਅੱਗੇ ਅਰਦਾਸ ਕਰੋ, ਪਰਮੇਸ਼ਰ ਅੱਗੇ ਅਰਦਾਸ ਨਹੀਂ ਕਰਨੀ, ਸਤਿਗੁਰ ਦੇ ਅੱਗੇ ਅਰਦਾਸ ਕਰਨ ਦੀ ਗੱਲ ਆਉਂਦੀ ਹੈ ਗੁਰਬਾਣੀ ਦੇ ਅੰਦਰ। ਔਰ ਦੂਜੀ ਗੱਲ ਕਿ ਜਿੱਥੇ ਵੀ ਗੁਰਬਾਣੀ ਦੇ ਵਿੱਚ ਸ਼ਬਦ ਅਰਦਾਸ ਲਿਖਿਆ ਮਿਲਦਾ, ਉਹ ਆੜਾ ਰਾਰਾ ਦੱਦੇ ਨੂੰ ਕੰਨਾ ਸੱਸੇ ਨੂੰ ਸਿਹਾਰੀ ਪਾਇਆ ਹੋਇਆ। ਜਿਵੇਂ ਅੱਜ ਸਾਡੇ ਗੁਟਕਿਆਂ ਦੇ ਵਿੱਚ ਵੀ ਅਰਦਾਸ ਸ਼ਬਦ ਲਿਖਿਆ ਮਿਲਦਾ, ਉੱਥੇ ਲਿਖਿਆ ਹੈ ਆੜਾ ਰਾਰਾ ਦੱਦੇ ਨੂੰ ਕੰਨਾ ਸੱਸਾ, ਜਾਂ ਸੱਸੇ ਨੂੰ ਔਂਕੜ ਪਾ ਦਿੰਦੇ। ਉਹਦਾ ਭਾਵ ਹੋਰ ਹੈ, ਉਹਦਾ ਅਰਥ ਹੋਰ ਬਣ ਜਾਂਦਾ। ਜਿਹੜਾ ਗੁਰਬਾਣੀ ਸ਼ਬਦ ਅਰਦਾਸ ਲਿਖਿਆ ਮਿਲਦਾ, ਅਰਦਾਸ ਆੜਾ ਰਾਰਾ ਦੱਦੇ ਨੂੰ ਕੰਨਾ ਸੱਸੇ ਨੂੰ ਸਿਹਾਰੀ, ਦਾ ਅਰਥ ਹੋਰ ਬਣ ਜਾਂਦਾ। ਇੱਥੋਂ ਹੀ ਉਹ ਫਿਰ ਝਗੜੇ ਦਾ ਕਾਰਨ ਬਣ ਜਾਂਦਾ। ਸੋ ਆਪਾਂ ਉਹਦੀ ਵਿਚਾਰ ਕਰਾਂਗੇ ਅੱਗੇ ਵੀ ਜਾ ਕੇ, ਜਿਹੜੇ ਵਾਦ ਵਿਵਾਦ ਦਾ ਕਾਰਨ ਬਣੇ ਸ਼ਬਦ ਕਿਉਂ ਬਣਾਏ ਜਾਂਦੇ ਆ। ਸੋ ਜਿਹੜੀ 10ਵੇਂ ਪਾਤਸ਼ਾਹ ਦਾ 10ਵੇਂ ਗ੍ਰੰਥ ਦੇ ਅੰਦਰ ਆਪਾਂ ਪੌੜੀ ਪੜ੍ਹਦੇ ਹਾਂ, ਉੱਥੇ ਵੀ ਉਹਨਾਂ ਨੇ ਉੱਪਰ ਅਰਦਾਸ ਨਹੀਂ ਲਿਖਿਆ 10ਵੇਂ ਪਾਤਸ਼ਾਹ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਵਾਲੀ ਜਿਹੜੀ ਪੌੜੀ ਆ, ਉਹ ਦੁਰਗਾ ਪਾਠ ਬਣਾਇਆ ਸਭੇ ਪੌੜੀ। ਹੁਣ ਉੱਥੇ ਉੱਪਰਲਾ ਹੈਡਿੰਗ ਜਿਹੜਾ ਉਹ ਸੀ, ਅਸਲ ਵਿੱਚ ਉਹ ਹੈਡਿੰਗ ਇਹਨਾਂ ਨੇ ਕੱਟਤਾ, ਜਦ ਕਿ ਉਹ ਲਿਖਣਾ ਜ਼ਰੂਰੀ ਸੀ। ਜਦੋਂ 10ਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਆਪਣੇ 10ਵੇਂ ਗ੍ਰੰਥ ਵਿੱਚ ਲਿਖਿਆ ਤਾਂ ਉਹਨੂੰ ਅਸੀਂ ਬਦਲ ਨਹੀਂ ਸਕਦੇ। ਉਹਨੂੰ ਅਸੀਂ ਆਪਣੀ ਮੱਤ ਦੇ ਨਾਲ ਬਦਲ ਕੇ ਉਹਦੇ ਉੱਪਰ ਅਰਦਾਸ ਲਿਖ ਦਿੱਤਾ ਤਾਂ ਉਹ ਸਹੀ ਨਹੀਂ ਬਣੀ ਗੱਲ। ਅਸੀਂ ਗੁਰਬਾਣੀ 'ਚ ਛੇੜਛਾੜ ਨਹੀਂ ਕਰ ਸਕਦੇ, ਸਾਡੇ ਕੋਲ ਰਾਈਟ ਨਹੀਂ ਹੈ, ਸਾਡੀ ਉਹ ਅਵਸਥਾ ਹੀ ਨਹੀਂ ਹੈ। ਜੋ ਉਹਨਾਂ ਨੇ ਲਿਖਿਆ ਸਾਨੂੰ ਉਹੀ ਰੱਖ ਲੈਣਾ ਚਾਹੀਦਾ। ਕਿਉਂ ਬਦਲਿਆ ਗਿਆ, ਇਹਦੇ ਬਾਰੇ ਵੀ ਗੁਰਬਾਣੀ ਨੇ ਲਿਖੀ ਹੈ ਵੀ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ। ਜਦੋਂ ਅਸੀਂ ਆਪਣੀ ਮੱਤ ਨੂੰ ਵਰਤਦੇ ਹਾਂ ਗੁਰ ਦੀ ਮੱਤ ਛੱਡ ਕੇ, ਤਾਂ ਉਹਦੇ ਵਿੱਚ ਸਾਨੂੰ ਨਾ ਤਾਂ ਕੋਈ ਪ੍ਰਾਪਤੀ ਹੁੰਦੀ ਹੈ, ਨਾ ਸਾਡੇ ਅੰਦਰ ਸਵੈਮ ਦੇ ਵਿਕਾਸ ਆਉਂਦਾ। ਅਸੀਂ ਆਪਣੀ ਮੱਤ ਵਰਤ ਕੇ ਆਪਣੀ ਹੀ ਇੱਕ ਵਿਚਾਰਧਾਰਾ ਨੂੰ ਲਾਗੂ ਕਰਨਾ ਚਾਹੁੰਦੇ ਹਾਂ, ਤੇ ਦੂਸਰੇ ਜਿਹੜੇ ਅੱਗੇ ਹੁੰਦੇ ਆ ਉਹਨਾਂ ਦੀ ਵੀ ਆਪਣੀ ਇੱਕ ਮਰਜ਼ਾਦਾ
ਹੁੰਦੀ ਹੈ, ਵਿਚਾਰਧਾਰਾ ਹੁੰਦੀ ਹੈ, ਦੋਨੇ ਵਿਚਾਰਧਾਰਾ ਫਿਰ ਟਕਰਾ ਜਾਂਦੀਆਂ। ਸ਼ਬਦ ਉਹਨਾਂ ਕੋਲ ਵੀ ਹੋਈ ਹੁੰਦੇ ਆ, ਸ਼ਬਦ ਉਹਨਾਂ ਕੋਲ ਵੀ ਹੁੰਦੇ। ਪਰ ਜਿਹੜੇ ਗੁਰਮੁਖ ਨੇ ਜਾਂ ਗੁਰਸਿੱਖ ਨੇ, ਜਿਨ੍ਹਾਂ ਦੇ ਅੰਦਰ ਗੁਰਬਾਣੀ ਦੀ ਪੂਰਨ ਸੋਝੀ ਦੀ ਇੱਛਾ ਹੈ ਤੇ ਜਾਂ ਪੂਰਨ ਸੋਝੀ ਹੈ, ਚਾਹੇ ਗੁਰਬਾਣੀ ਦੀ ਪੂਰੀ ਸੋਝੀ ਇੱਛਾ ਦੀ ਭੁੱਖ ਹੀ ਹੋਵੇ ਤੇ ਚਾਹੇ ਪੂਰੀ ਸੋਝੀ ਹੋਵੇ, ਦੋਨਾਂ ਦੀ ਵਿਚਾਰਧਾਰਾ ਇੱਕ ਹੋਊਗੀ। ਕਿਉਂਕਿ ਜਿਹਦੇ ਅੰਦਰ ਭੁੱਖ ਹੈ ਉਹਨੇ ਸਵਾਲ ਪੁੱਛਣਾ, ਜਿਹੜਾ ਪੂਰਨ ਸੋਝੀ ਵਾਲਾ ਉਹਨੂੰ ਖੁਸ਼ੀ ਹੋਣੀ ਹੈ ਵੀ ਇਹਨੇ ਮੈਨੂੰ ਸਵਾਲ ਪੁੱਛਿਆ, ਵੀ ਮੈਂ ਇਹਨੂੰ ਇਹਦਾ ਜਵਾਬ ਦੇਵਾਂ। ਜਦੋਂ ਅਧੂਰੀ ਸੋਝੀ ਹੁੰਦੀ ਹੈ, ਅਧੂਰੀ ਇੱਛਾ ਵਾਲੇ, ਸੋਝੀ ਵਾਲੇ, ਉਹ ਕੀ ਕਰਦੇ ਆ, ਉਹਨੇ ਸਵਾਲ ਕੀਤਾ, ਉਹ ਕਹਿੰਦਾ ਹਾਂ ਹਾਂ ਤੂੰ ਸਵਾਲ ਕਿਉਂ ਕੀਤਾ, ਤੂੰ ਕੌਣ ਹੁੰਦਾ ਸਾਨੂੰ ਪੁੱਛਣ ਵਾਲਾ। ਸੋ ਝਗੜਾ ਪੈ ਗਿਆ। ਗੁਰਸਿੱਖ ਇਸ ਤਰ੍ਹਾਂ ਨਹੀਂ ਕਰਦੇ। ਗੁਰਸਿੱਖ ਨੂੰ ਖੁਸ਼ੀ ਹੁੰਦੀ ਹੈ ਵੀ ਜੇ ਕੋਈ ਸਵਾਲ ਪੁੱਛੇ। ਸਵਾਲ ਵੀ ਉਹੀ ਪੁੱਛ ਸਕਦਾ ਜਿਹਦੀ ਆਮ ਲੋਕਾਂ ਦੇ ਨਾਲੋਂ ਬੁੱਧੀ ਜ਼ਿਆਦਾ ਹੁੰਦੀ ਹੈ। ਸੰਸਾਰੀ ਤੌਰ ਤੇ ਵੀ ਜੇ ਬੱਚੇ ਕਲਾਸ ਵਿੱਚ ਪੜ੍ਹਦੇ, ਜਿਹੜਾ ਬੱਚਾ ਹੁਸ਼ਿਆਰ ਹੁੰਦਾ ਦੂਜੇ ਬੱਚਿਆਂ ਨੂੰ ਉਹ ਸਵਾਲ ਪੁੱਛਦਾ। ਨਲਾਇਕ ਬੱਚਾ ਸਵਾਲ ਹੀ ਨਹੀਂ ਪੁੱਛਦਾ, ਉਹਨੂੰ ਪਤਾ ਵੀ ਜੇ ਮੈਂ ਪੁੱਛਦਾ ਮੂਹਰਿਓਂ ਕੁਛ ਕਹਿਤਾ ਬੇਇੱਜ਼ਤੀ, ਉਹ ਬੇਇੱਜ਼ਤੀ ਮਹਿਸੂਸ ਕਰਦਾ। ਪਰ ਹੁਸ਼ਿਆਰ ਬੱਚਾ ਬੇਇੱਜ਼ਤੀ ਮਹਿਸੂਸ ਨਹੀਂ ਕਰਦਾ, ਉਹ ਕਹਿੰਦਾ ਗਿਆਨ ਲੈਣਾ। ਸੋ ਕੁਛ ਰੂਲ ਨੇ ਗੁਰਮਤਿ ਦੇ ਵੀ। ਪਹਿਲਾਂ ਜਿੰਨਾ ਚਿਰ ਸਾਨੂੰ ਰੂਲ ਹੀ ਨਹੀਂ ਪਤਾ ਲੱਗਿਆ, ਨੇਮ ਹੀ ਨਹੀਂ ਪਤਾ ਲੱਗਿਆ, ਤੇ ਉਹਨਾਂ ਚਿਰ ਫਿਰ ਜੀਵਨ ਦੇ ਵਿੱਚ ਵਿਕਾਸ ਹੋਣਾ ਮੁਸ਼ਕਲ ਹੈ। ਸੋ ਸਭ ਤੋਂ ਵੱਡਾ ਰੂਲ ਹੈ ਕਿ ਜਿਹੜੀ ਅਰਦਾਸ ਹੈ ਇਹ ਸਤਿਗੁਰ ਦੇ ਅੱਗੇ ਕਰਨ ਦਾ ਆਰਡਰ ਹੈ। ਜਿੰਨੇ ਵੀ ਆਪਾਂ ਬਚਨ ਗੁਰਬਾਣੀ 'ਚੋਂ ਪੜ੍ਹਾਂਗੇ, ਤੁਸੀਂ ਹੋਰ ਵੀ ਪੜ੍ਹਿਓ, ਮੈਂ ਪੰਨੇ ਵੀ ਦੱਸ ਦੂੰ ਤੁਹਾਨੂੰ ਵੀ, ਫਲਾਣੇ ਪੰਨਿਆਂ 'ਤੇ ਤੁਸੀਂ ਪੜ੍ਹ ਸਕਦੇ ਹੋ ਜਾ ਕੇ। ਹਰ ਇੱਕ ਥਾਂ 'ਤੇ ਸਤਿਗੁਰ ਦੇ ਅੱਗੇ ਅਰਦਾਸ ਕਰਨ ਦਾ ਆਰਡਰ ਹੁੰਦਾ ਹੈ। ਇੱਥੇ ਵੀ ਪਾਤਸ਼ਾਹ ਨੇ ਲਿਖਿਆ ਤਿਸ ਆਗੇ ਅਰਦਾਸ ਕਰ, ਵੀ ਉਹਦੇ ਅੱਗੇ ਅਰਦਾਸ ਕਰ। ਕਿਸੇ ਦੇ ਅੱਗੇ ਅਰਦਾਸ ਕਰਨ ਦੀ ਆਗਿਆ ਦਿੱਤੀ ਹੈ। ਸੋ ਅਰਦਾਸ ਦਾ ਭਾਵ ਕੀ ਹੁੰਦਾ, ਪਹਿਲਾਂ ਆਪਾਂ ਇਹ ਦੇਖੀਏ। ਅਰਦਾਸ ਦਾ ਭਾਵ ਹੁੰਦਾ ਆਪਣਾ ਆਪਾ ਮਿਟਾਉਣਾ, ਆਪਣੇ ਆਪ ਨੂੰ ਗਵਾਉਣ ਦਾ ਤਰੀਕਾ ਪੁੱਛਣਾ, ਵੀ ਮੇਰੀ ਜਿਹੜੀ ਸੋਚ ਹੈ ਇਹ ਕਿਵੇਂ ਖਤਮ ਹੋਊਗੀ। ਕਿਉਂਕਿ ਜਿਹੜੀ ਸਾਡੀ ਸੋਚ ਹੈ ਇਹੀ ਤਾਂ ਅੜਿੱਕਾ ਹੈ, ਜਿਹੜੀ ਸਾਡੇ ਅੰਦਰ ਈਗੋ ਹੈ, ਹਉਮੈ ਹੈ, ਇਹੀ ਤਾਂ ਅੜਿੱਕਾ ਹੈ। ਇਸੇ ਨੂੰ ਖਤਮ ਕਰਨ ਵਾਸਤੇ ਤਾਂ ਅਰਦਾਸ ਕਰਨੀ ਹੈ। ਅਰ ਸ਼ਬਦ ਆ ਜਿਹੜਾ ਅਰ, ਆੜਾ ਰਾਰਾ ਅਰ, ਇਹ ਦੋ ਚੀਜ਼ਾਂ ਨੂੰ ਇੱਕ ਕਰਦਾ ਹੈ। ਦੋ ਚੀਜ਼ਾਂ ਦਾ ਸੁਮੇਲ ਕਰਾਉਂਦਾ। ਦੱਦੇ ਨੂੰ ਕੰਨਾ, ਸੱਸੇ ਨੂੰ ਸਿਆਰੇ, ਦਾਸੀ, ਕਿ ਦਾਸ ਬਣ ਕੇ ਆਪਣੇ ਮੂਲ ਦੇ ਨਾਲ ਜੁੜ ਜਾਣਾ। ਦਾਸ ਬਣੇ ਤੋਂ ਬਿਨਾਂ ਆਪਣੇ ਮੂਲ ਦੇ ਨਾਲ ਜੁੜਿਆ ਨਹੀਂ ਜਾ ਸਕਦਾ। ਆਪਣੇ ਮੂਲ ਲਈ ਜੁੜਨ ਵਾਸਤੇ ਜਿਹੜਾ ਦਾਸਾ ਭਾਵ ਆਉਣਾ, ਉਹ ਆਉਣਾ ਸਤਿਗੁਰ ਤੋਂ। ਉਹ ਹੈ ਸੱਚ ਦੇ ਗਿਆਨ ਦੇ ਦੁਆਰਾ। ਕਿਉਂਕਿ ਜਿਹੜਾ ਸਾਡਾ ਮੂਲ ਹੈ ਉਹ ਤਾਂ ਸਤ ਸਰੂਪ ਹੀ ਹੈ, ਉਹ ਤਾਂ ਸੱਤ ਹੀ ਹੈ। ਉਹਦੇ ਕੋਲ ਗੁਰ ਨਹੀਂ ਹੈ, ਉਹਨੇ ਗੁਰ ਲੈਣਾ। ਜਦੋਂ ਉਹਨੇ ਗੁਰ ਲੈ ਲਿਆ ਤਾਂ ਪੂਰੀ ਸੋਝੀ ਆ ਜਾਣੀ, ਉਹਨੇ ਸਤਿਗੁਰ ਬਣ ਜਾਣਾ। ਪਰਸ ਆਦ, ਆਪਣੇ ਆਦ ਨੂੰ ਪਰਸ ਲੈਣਾ, ਆਪਣੇ ਆਪ ਨੂੰ ਜਾਣ ਲੈਣਾ, ਆਪਣੇ ਆਪ ਦੀ ਸੋਝੀ ਹੋ ਜਾਣੀ, ਆਪਣੇ ਆਪ ਨੂੰ ਸਵਾਰ ਲੈਣਾ। ਆਪ ਸਵਾਰੈ, ਇਹਨੂੰ ਸਾਨੂੰ ਆਰਡਰ ਆਇਆ ਹੈ ਦਰਗਾਹ ਚੋਂ ਵੀ ਤੁਸੀਂ ਆਪਣੇ ਆਪ ਨੂੰ ਸਵਾਰੋ। ਤਿਸ ਆਗੇ ਅਰਦਾਸ ਕਰ, ਇੱਥੇ ਹੁਣ ਸਾਨੂੰ ਆਰਡਰ ਦਿੱਤਾ ਕਿ ਤੁਸੀਂ ਵੀ ਭਾਈ ਕਿਸੇ ਦੇ ਅੱਗੇ ਅਰਦਾਸ ਕਰਨੀ ਹੈ। ਜੋ ਮੇਲੇ ਕਰਤਾਰ, ਕਿ ਜਿਹੜਾ ਤੁਹਾਨੂੰ ਕਰਤਾਰ ਦੇ ਨਾਲ ਮਿਲਾ ਦੇਵੇ ਉਹਦੇ ਅੱਗੇ ਅਰਦਾਸ ਕਰੋ। ਉਹ ਕੌਣ ਹੈ ਅਰਦਾਸ, ਜਿਹੜਾ ਕਰਤਾਰ ਨਾਲ ਮਿਲਾਊਗਾ। ਉਹਦੀ ਗੱਲ ਅੱਗੇ ਪਾਸੇ ਕਹਿੰਦੇ ਸਤਿਗੁਰ ਦਾਤਾ ਨਾਮ, ਉਹ ਸਤਿਗੁਰ ਹੈ।
ਇੱਥੇ ਸਤਿਗੁਰ ਦੇ ਰਾਰੇ ਨੂੰ ਔਂਕੜ ਨਹੀਂ ਪਈ ਹੈਗੀ। ਜਦੋਂ ਜਿੱਥੇ ਵੀ ਗੁਰਬਾਣੀ 'ਚ ਸਤਿਗੁਰ ਦੇ ਰਾਰੇ ਨੂੰ ਔਂਕੜ ਪੈ ਜੂਗੀ, ਉਹ ਪੂਰੀ ਸੋਝੀ ਦਾ ਮਾਲਕ ਹੈ। ਜਿਵੇਂ ਪਾਤਸ਼ਾਹੀਆਂ ਸਨ ਜਾਂ ਭਗਤ ਸਾਹਿਬਾਨ ਸਨ, ਉਹਨਾਂ ਨੇ ਤਾਂ ਸਾਨੂੰ ਦੱਸਿਆ, ਜਿਨ੍ਹਾਂ ਕੋਲ ਪੂਰੀ ਸੋਝੀ ਸੀ ਉਹਨਾਂ ਨੇ ਹੀ ਤਾਂ ਸਾਨੂੰ ਦੱਸਿਆ ਵੀ ਤੁਹਾਡੇ ਕੋਲ ਜਿਹੜੀ ਸੋਝੀ ਘੱਟ ਹੈ, ਕਮੀ ਹੈ, ਉਹ ਕਮੀ ਦਾ ਕਾਰਨ ਆ ਹੈ ਕਿ ਤੁਸੀਂ ਅਰਦਾਸ ਜਿਹੜੀ ਕਰਦੇ ਹੋ ਉਹ ਗਲਤ ਕਰਦੇ ਹੋ। ਤੁਸੀਂ ਅਰਦਾਸ ਆਪਣੇ ਸਤਿਗੁਰ ਦੇ ਅੱਗੇ ਕਰੋ, ਭਾਵ ਕਿ ਸਤ ਸਰੂਪ ਤੁਸੀਂ ਹੈਗੇ ਹੀ ਹੋ, ਤੁਹਾਡੇ ਕੋਲ ਗੁਣ ਨਹੀਂ ਹੈਗੇ, ਤੁਸੀਂ ਗੁਣਾਂ ਨੂੰ ਧਾਰਨ ਕਰੋ। ਜਦੋਂ ਤੁਸੀਂ ਗੁਣ ਧਾਰਨ ਕਰ ਲਏ, ਗੁਣਾਂ ਨੂੰ ਧਾਰਨ ਕਰਨ ਵਾਸਤੇ ਸਾਨੂੰ ਕੁਛ ਨਾ ਕੁਛ ਕਰਨਾ ਪਊਗਾ। ਜਿਹੜਾ ਕੁਛ ਗੁਣ ਧਾਰਨ ਕਰਨ ਵਾਸਤੇ ਉਹ ਕੀ ਕਰਨਾ ਪਊਗਾ, ਉਹ ਸਾਡੀ ਆਪਣੀ ਸੋਚ ਛੱਡਣੀ ਪਊਗੀ, ਸਾਨੂੰ ਸਮਝਣਾ ਪਊਗਾ। ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਸਮਝਾਂਗੇ, ਉਹਨੂੰ ਫਿਰ ਆਪਣੇ ਤੇ ਲਾਗੂ ਕਰਾਂਗੇ, ਉਹ ਗੁਣ ਸਾਡੇ ਅੰਦਰ ਧਾਰਨ ਹੋਈ ਜਾਣੇ, ਸਾਡੀ ਜੀਵਾਤਮਾ ਨੇ ਗੁਣਾਂ ਨੂੰ ਧਾਰ ਕਰੀ ਜਾਣਾ। ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣਾਂ ਚੋਂ ਗਿਆਨ ਮਿਲਦਾ, ਬਿਨ ਗੁਣ ਕੀਤੇ ਭਗਤੀ ਨਾ ਹੋਏ। ਪਹਿਲਾਂ ਗੁਣ ਧਾਰਨ ਕਰਨੇ ਪੈਣੇ, ਜਿਉਂ-ਜਿਉਂ ਗੁਣ ਆਉਂਦੇ ਆ, ਗੁਣਾਂ ਦੇ ਵਿੱਚੋਂ ਹੀ ਭੈ ਖਤਮ ਹੁੰਦੀ ਚਲੀ ਜਾਂਦੀ ਹੈ, ਭੈ ਖਤਮ ਹੁੰਦੀ ਹੈ ਤੇ ਜੀਵਨ ਸ਼ੁੱਧ ਹੁੰਦਾ ਚਲੇ ਜਾਂਦਾ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰਾ। ਦੇਖੋ, ਕਹਿੰਦੇ ਜਦੋਂ ਸਤ ਸਰੂਪ ਤੂੰ ਹੈਗਾ ਹੀ ਆ, ਜਦੋਂ ਤੇਰੇ ਕੋਲ ਗੁਰ ਆ ਗਿਆ, ਭਾਵ ਕਿ ਤੂੰ ਗੁਣ ਲੈਣ ਲੱਗ ਗਿਆ, ਤਾਂ ਦਾਤਾ ਨਾਮ ਕਾ ਪੂਰਾ, ਨਾਮ ਤਾਂ ਤੇਰੇ ਕੋਲ ਹੈਗਾ ਹੀ ਹੈ, ਫਿਰ ਤੂੰ ਪੂਰਾ ਹੋ ਜਾਏਗਾ, ਭਾਵ ਕਿ ਉਸ ਨਾਮ ਦੀ ਤੈਨੂੰ ਪੂਰੀ ਪੂਰੀ ਸੋਝੀ ਆਉਣੀ ਸ਼ੁਰੂ ਹੋ ਜਾਣੀ ਹੈ। ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰਾਵਾਰ, ਫਿਰ ਸਦਾ ਹੀ ਉਹਦੀ ਸਲਾਹ ਦੇ ਵਿੱਚ ਚੱਲੇਗਾ, ਕਦੇ ਵੀ ਉਹਦੀ ਰਜਾ ਤੋਂ ਬਾਹਰ ਨਹੀਂ ਜਾ। ਸਲਾਹੀ ਹੈ ਦਾ ਭਾਵ ਹੈ ਕਿ ਉਹਦੀ ਸਲਾਹ ਦੇ ਮੁਤਾਬਕ ਚੱਲਣਾ। ਜਿਵੇਂ ਵੀ ਸਤਿਗੁਰ ਫਿਰ ਕਹੂਗਾ, ਜਿਹੜੀ ਤੇਰੇ ਕੋਲ ਸੁਗਿਆਨ ਹੋਊਗਾ, ਤੂੰ ਸੁਗਿਆਨ ਤੋਂ ਬਾਹਰ ਜਾ ਹੀ ਨਹੀਂ ਸਕਦਾ, ਕਿਉਂਕਿ ਫਿਰ ਤੈਨੂੰ ਸੋਝੀ ਹੈ ਵੀ ਆਹ ਕੁਛ ਕਰਨਾ ਜਾਂ ਨਹੀਂ ਕਰਨਾ। ਜਿੰਨਾ ਚਿਰ ਪੂਰੀ ਸੋਝੀ ਨਹੀਂ ਆਉਂਦੀ, ਅਧੂਰੀ ਸੋਝੀ ਹੈ, ਉਹਨਾਂ ਚਿਰ ਅਸੀਂ ਨੁਕਸਾਨ ਕਰਦੇ ਹਾਂ। ਕਈ ਵਾਰ ਆਪਾਂ ਕਹਿ ਦਿੰਦੇ ਫਲਾਣੇ ਬੰਦੇ ਨੂੰ ਤੇ ਇੰਨਾ ਗਿਆਨ ਸੀ ਵੀ ਉਹਨੇ ਕਿਉਂ ਗਲਤੀ ਕਰ ਲਈ। ਉਹਦੇ ਕੋਲ ਗਿਆਨ ਸੀ, ਸੁਗਿਆਨ ਨਹੀਂ ਸੀ। ਸੁਗਿਆਨ ਵਾਲਾ ਕਦੇ ਵੀ ਗਲਤੀ ਨਹੀਂ ਕਰ ਸਕਦਾ, ਜਾਗਦਾ ਬੰਦਾ ਗਲਤੀ ਨਹੀਂ ਕਰ ਸਕਦਾ, ਸੁੱਤਾ ਪਿਆ ਗਲਤੀ ਕਰ ਸਕਦਾ। ਇਹ ਵੀ ਇੱਕ ਭੇਦ ਆ ਪਰਮਾਰਥ ਵਿੱਚ। ਸਾਡੇ ਉਲਟ ਹੈ, ਇੱਥੇ ਸਾਡਾ ਇੱਥੇ ਜਿਹੜਾ ਸਰੀਰ ਕਰਕੇ ਜਾਗਦਾ ਉਹ ਗਲਤੀ ਕਰਦਾ, ਸੁੱਤਾ ਪਿਆ ਕੁਛ ਵੀ ਨਹੀਂ ਕਰ ਸਕਦਾ। ਪਰ ਦਰਗਾਹ ਦੇ ਵਿੱਚ ਜਿਹੜਾ ਜਾਗਦਾ ਉਹ ਗਲਤੀ ਕਰ ਸਕਦਾ, ਸੁੱਤਾ ਕੁਛ ਨਹੀਂ ਕਰ ਸਕਦਾ। ਕਿਉਂਕਿ ਜਦੋਂ ਸਾਡੀ ਜੀਵਾਤਮਾ ਭਵ ਸਾਗਰ ਸੁੱਖ ਸਾਗਰ ਦੇ ਅੰਦਰ ਸਮਾਈ ਹੋਈ ਸੀ, ਉਦੋਂ ਤਾਂ ਨਹੀਂ ਕੋਈ ਗਲਤੀ ਕੀਤੀ ਨਹੀਂ, ਉਦੋਂ ਸੁੰਨ ਸਮਾਧ ਲਗਾਇਦਾ ਸੀ। ਸੁੰਨ ਤੋਂ ਜਦੋਂ ਸਹਿਜ ਹੋਇਆ, ਉੱਠਿਆ, ਉੱਠਦੀ ਸਾਰੀ ਮਾਇਆ ਦੀ ਇੱਛਾ ਪੈਦਾ ਕੀਤੀ ਇਹਨੇ, ਫੇਰ ਬਾਹਰ ਆਇਆ, ਫੇਰ ਸੁਪਨਾ ਸ਼ੁਰੂ ਹੋ ਗਿਆ। ਸੋ ਸਾਡੇ ਔਰ ਸੱਚਖੰਡ ਦੇ ਵਿੱਚ ਬਹੁਤ ਫਰਕ ਹੈ। ਸਾਡੀ ਭਾਸ਼ਾ ਹੋਰ ਹੈ, ਉਹਨਾਂ ਦੀ ਭਾਸ਼ਾ ਹੋਰ ਹੈ। ਸੋ ਸਦਾ ਸਦਾ ਸਲਾਹੀ ਹੈ, ਕਹਿੰਦੇ ਉਹਦੀ ਸਲਾਹ ਵਿੱਚ ਨਾ ਅੰਤ ਨਾ ਪਾਰਾਵਾਰ, ਕਿਉਂਕਿ ਉਹਦਾ ਕੋਈ ਅੰਤ ਨਹੀਂ ਹੈਗਾ। ਜਿੱਥੋਂ ਇਹ ਸੋਝੀ ਪੂਰਨ ਸੋਝੀ ਆ ਰਹੀ ਹੈ ਸੱਚਖੰਡ ਦੇ ਅੰਦਰੋਂ ਜਾਂ ਪ੍ਰਾਤਮਾ ਦੇ ਅੰਦਰੋਂ, ਉਹਦਾ ਕੋਈ ਪਾਰਾਵਾਰ ਨਹੀਂ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ 54 ਪੰਨੇ ਦੇ ਉੱਪਰ, ਗੁਰ ਸ਼ਬਦੀ ਸੀ ਗਾਰੀ ਹੈ, ਤਨ ਮਨ ਪਿਰਕੈ ਪਾਸ, ਦੋਏ ਕਰ ਜੋੜ ਖੜੀ ਤੱਕੈ, ਸੱਚ ਕਹੇ ਅਰਦਾਸ, ਲਾਲ ਰਤੀ ਸੱਚ ਭੈ ਬਸੀ, ਭਾਏ ਰਤੀ ਰੰਗ ਰਾਸ। ਕਹਿੰਦੇ ਗੁਰ ਸ਼ਬਦੀ ਸੀ ਗਾਰੀਆ। ਦੇਖੋ, ਗੁਰ ਸ਼ਬਦੀ ਕਿ ਜਿਹੜੀ ਤੁਹਾਡੇ ਕੋਲ ਅਸੀਂ ਤੁਹਾਨੂੰ ਸਿੱਖਿਆ ਦਿੰਦੇ ਹਾਂ, ਸੁਗਿਆਨ ਦਿੰਦੇ ਹਾਂ, ਗੁਣ ਦਿੰਦੇ ਹਾਂ, ਤਾਂ ਉਹਦੇ ਸ਼ਬਦਾਂ 'ਚ ਹੀ ਤੁਹਾਨੂੰ ਦਿੱਤਾ ਜਾ ਰਿਹਾ।
ਚਾਹੇ ਤਾਂ ਕੋਈ ਬੋਲ ਕੇ ਦੱਸੇ, ਉਹ ਬੋਲਣ ਵੇਲੇ ਵੀ ਉਹਨੂੰ ਸ਼ਬਦ ਵਰਤਣੇ ਪੈਣਗੇ, ਚਾਹੇ ਉਹ ਬਾਹਰ ਲਿਖ ਕੇ ਦੇ ਦੇਵੇ ਤਾਂ ਵੀ ਸ਼ਬਦ ਹੀ ਵਰਤਣੇ ਪੈਣਗੇ। ਦੋਨਾਂ ਹਾਲਾਤਾਂ ਦੇ ਵਿੱਚ, ਚਾਹੇ ਉਹ ਬੋਲ ਕੇ ਦੱਸੇ ਚਾਹੇ ਉਹ ਲਿਖ ਕੇ ਦੇਵੇ, ਤਾਂ ਸ਼ਬਦ ਹੀ ਬਣਦੇ ਆ। ਉਹਦੇ ਨਾਲ ਸ਼ਿੰਗਾਰੀ ਹੈ, ਉਹਦਾ ਸ਼ਿੰਗਾਰ ਕਰਨਾ, ਸ਼ਬਦਾਂ ਦਾ ਸ਼ਿੰਗਾਰ ਕਰਨਾ। ਹੁਣ ਸ਼ਬਦਾਂ ਦਾ ਸ਼ਿੰਗਾਰ ਕਿਵੇਂ ਹੋਊਗਾ? ਭਾਵ ਕਿ ਜਦੋਂ ਮੰਨਾਂਗੇ ਕਿ ਜੋ ਸ਼ਬਦ 'ਚ ਲਿਖਿਆ, ਜੇ ਹੁਣ ਮੰਨ ਲਓ ਲਿਖਤਾ ਵੀ ਪਾਣੀ ਲੈ ਕੇ ਆਓ, ਤੇ ਜੇ ਹੁਣ ਅਸੀਂ ਇਹੀ ਉਹਨੂੰ ਰਿਪੀਟ ਕਰੀਏ ਕਿ ਪਾਣੀ ਲੈ ਕੇ ਆਓ, ਪਾਣੀ ਲੈ ਕੇ ਆਓ, ਤਾਂ ਫਿਰ ਉਹ ਸ਼ੋਭਾ ਨਹੀਂ ਦਿੰਦੀ ਗੱਲ। ਪਰ ਜਦੋਂ ਅਸੀਂ ਪੜ੍ਹ ਲਿਆ ਵੀ ਪਾਣੀ ਲੈ ਕੇ, ਅਸੀਂ ਜਾ ਕੇ ਪਾਣੀ ਲਿਆਂਦਾ ਤੇ ਪੀਤਾ ਤੇ ਪਿਆਸ ਬੁਝੀ ਹੈ। ਇਹ ਅਮਲ ਹੈ, ਇਸੇ ਤਰ੍ਹਾਂ ਹੀ ਅਸੀਂ ਕਰਨਾ। ਸੋ ਗੁਰ ਸ਼ਬਦੀ ਸੀ ਗਾਰੀ ਹੈ, ਤਨ ਮਨ। ਦੇਖੋ ਤਨ ਦੇ ਥੱਲੇ ਵੀ ਔਂਕੜ ਹੈ, ਮਨ ਦੇ ਵੀ ਥੱਲੇ ਔਂਕੜ। ਤਨ ਹੁੰਦਾ ਹਿਰਦਾ, ਨਿਰਾਕਾਰੀ ਸਰੀਰ। ਸ਼ਬਦ, ਕਿਉਂਕਿ ਸ਼ਬਦ ਚੋਂ ਹੀ ਸੁਰਤ ਪੈਦਾ ਹੁੰਦੀ ਹੈ, ਮਨ ਮੂਲ ਚੋਂ ਹੀ ਪੈਦਾ ਹੋਇਆ ਨਾ। ਫਿਰ ਕਹਿੰਦੇ ਜਿਹੜਾ ਮੂਲ ਚੋਂ ਸ਼ਬਦ ਪੈਦਾ ਹੁੰਦਾ, ਫੁਰਨਾ ਅੰਦਰੋਂ ਹੀ ਪੈਦਾ ਹੁੰਦਾ। ਜਿਵੇਂ ਬਾਹਰਲਾ ਸਰੀਰ ਸਾਨੂੰ ਦੀਂਦਾ, ਇਹਦੇ ਅੰਦਰੋਂ ਹੀ ਅਸੀਂ ਬੋਲਦੇ ਹਾਂ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਅਸਲੀ ਸਰੀਰ ਹੈ ਉਹ ਤਨ ਹੈ, ਤਨ ਦੇ ਅੰਦਰੋਂ ਮਨ ਬੋਲਦਾ, ਉਹਦਾ ਫੁਰਨਾ ਉਹ ਹੈ। ਉਹ ਫਿਰ ਜਦੋਂ ਬਾਹਰ ਬੋਲਣਾ ਚਾਹੁੰਦਾ, ਫਿਰ ਉਹਨੂੰ ਇਹ ਸਰੀਰ ਦੀ ਮਦਦ ਲੈਣੀ ਪੈਂਦੀ ਹੈ, ਫਿਰ ਇਹਦੇ ਦੁਆਰਾ ਬੋਲਦਾ। ਪਾਤਸ਼ਾਹ ਕਹਿੰਦੇ ਗੁਰ ਸ਼ਬਦੀ ਸੀਗਾਰੀ ਹੈ, ਤਨ ਮਨ ਪਿਰਕੈ ਪਾਸ। ਕਹਿੰਦੇ ਜਿਹੜਾ ਗੁਰ ਦਾ ਸ਼ਬਦ ਹੈ, ਜਿਹੜਾ ਅਸੀਂ ਤੁਹਾਨੂੰ ਦੇ ਰਹੇ ਹਾਂ, ਉਹਦੇ ਨਾਲ ਤੁਸੀਂ ਆਪਣੇ ਤਨ ਤੇ ਮਨ ਨੂੰ ਸ਼ਿੰਗਾਰ ਕਰਨਾ ਹੈ ਉਹਦਾ। ਭਾਵ ਕਿ ਮਨ ਦੀ ਬੋਲੀ ਬਦਲਣੀ ਹੈ। ਤੁਹਾਡਾ ਮਨ ਹੋਰ ਸ਼ਬਦਾਂ ਦਾ ਸ਼ਿੰਗਾਰ ਕਰਦਾ, ਉਹ ਸ਼ਬਦਾਂ ਨੂੰ ਛੱਡ ਕੇ ਇਹਨਾਂ ਸ਼ਬਦਾਂ ਦਾ ਸ਼ਿੰਗਾਰ ਕਰੇ। ਫਿਰ ਜਿਹੜਾ ਤੁਹਾਡਾ ਤਨ ਹੈ, ਅੰਦਰਲਾ ਹਿਰਦਾ ਹੈ, ਸਰੀਰ ਹੈ, ਉਹਨੇ ਤੰਦਰੁਸਤ ਹੋਣਾ। ਪਿਰ ਕੇ ਪਾਸ, ਕਹਿੰਦੇ ਫਿਰ ਉਹ ਪਿਰ ਕੇ ਪਾਸ ਹੀ ਹੋ ਤੁਸੀਂ। ਫਿਰ ਤੁਹਾਨੂੰ ਜਦੋਂ ਤੁਸੀਂ ਉਹਨਾਂ ਸ਼ਬਦਾਂ ਦਾ ਸ਼ਿੰਗਾਰ ਕਰੀ ਚੱਲੋਗੇ, ਤੁਹਾਡਾ ਸਰੀਰ ਤੰਦਰੁਸਤ ਹੋ ਜਾਣਾ, ਬਿਲਕੁਲ ਸੁੰਦਰ ਸਰੂਪ ਬਣਗੇ। ਫਿਰ ਹੋ ਤੁਸੀਂ। ਦੋਏ ਕਰ ਜੋੜ ਖੜੀ ਤੱਕਾ, ਸੱਚ ਕਹੇ ਅਰਦਾਸ। ਦੋਏ ਕਰ, ਹੁਣ ਦੋ ਨੇ, ਦੋਨਾਂ ਨੂੰ ਇੱਕ ਕਰਨਾ। ਕਰ ਹੁੰਦੇ ਆ ਹੱਥ, ਜਿਵੇਂ ਬਾਹਰਲੀ ਬਾਡੀ ਦੇ ਦੋ ਹੱਥ ਨੇ, ਇਸੇ ਤਰ੍ਹਾਂ ਜਿਹੜਾ ਅੰਦਰਲਾ ਸਰੀਰ ਹੈ ਸਾਡਾ, ਉਹਦੇ ਵੀ ਦੋ ਨੇ, ਤਨ ਤੇ ਮਨ। ਦੋਨਾਂ ਨੂੰ ਇੱਕ ਕਰਨਾ, ਭਾਵ ਕਿ ਆਪਣਾ ਸ਼ਬਦ ਤੇ ਪਿਰਕਾ ਸ਼ਬਦ ਦੋਨੇ ਇੱਕ ਕਰਨਾ। ਆਪਣੀ ਸੋਚ ਤੇ ਪਰਮੇਸ਼ਰ, ਆਪਣੇ ਸਤਿਗੁਰ ਦੀ ਸੋਚ ਇੱਕ ਕਰਨੀ। ਉਹਦੀ ਹਾਂ 'ਚ ਹਾਂ ਮਿਲਾਉਣੀ ਹੈ, ਜੋ ਉਹ ਕਹਿ ਰਿਹਾ ਠੀਕ ਹੈ ਜੀ। ਉਹਦੇ ਲਈ ਕੋਈ ਵੀ ਅੰਦਰ ਸਿਆਣਪ ਨਹੀਂ ਆਉਣੀ ਵੀ ਇਹਨਾਂ ਨੇ ਆਹ ਮੈਨੂੰ ਕਿਉਂ ਕਿਹਾ, ਮੈਂ ਕੀ ਕਰਾਂ, ਮੇਰੇ ਤੋਂ ਤਾਂ ਇਹ ਹੋਣਾ ਨਹੀਂ। ਜਿੰਨਾ ਚਿਰ ਇਹ, ਉਨਾ ਚਿਰ ਤੁਹਾਡੀ ਸੋਚ ਹੈ। ਜਦੋਂ ਤੁਸੀਂ ਉਹਨੇ ਕਹਿਤਾ ਵੀ ਆਹ ਕਰਨਾ, ਉਸੇ ਤਰ੍ਹਾਂ ਹੀ ਕਰਿਆ ਹੋਣਾ, ਕੋਈ ਉਹਦੇ ਵਿੱਚ ਅਪੀਲ ਦਲੀਲ ਨਹੀਂ ਹੈ। ਤਾਂ ਉਹ ਸ਼ਿੰਗਾਰ ਸਹੀ ਰਹਿਣਾ। ਤਾਂ ਭਾਸ਼ਾ ਦੋਏ ਕਰ ਜੋੜ, ਕਹਿੰਦੇ ਦੋਨਾਂ ਨੂੰ ਚਿੱਤ ਕਰ। ਆਤਮਾ ਪ੍ਰਾਤਮਾ ਇੱਕੋ ਕਰੈ, ਇੱਕ ਕਰ, ਕਹਿੰਦੇ ਦੋਨਾਂ ਨੂੰ। ਕਹੋ ਨਾਨਕ ਮਨ ਤਨ ਭੰਗ ਹੈ, ਜਿਹੜਾ ਭੰਗ ਹੋਇਆ ਹੋਇਆ ਮਨ ਚੋਂ ਤਨ, ਭਾਵ ਕਿ ਤਨ ਦੀ ਬੋਲੀ ਹੋਰ, ਮਨ ਦੀ ਹੋਰ ਹੈ, ਇਹਨਾਂ ਨੂੰ ਇੱਕ ਕਰ। ਦੋਏ ਕਰ ਜੋੜ ਖੜੀ ਤੱਕ ਹੈ। ਹੁਣ ਦੋਨੇ ਇੱਕ ਨੇ, ਆਤਮਾ ਪ੍ਰਾਤਮਾ ਇੱਕ ਹੈ। ਜੀਵ ਆਤਮਾ ਬਿਲਕੁਲ ਖੜੀ ਹੈ। ਖੜੀ ਦਾ ਭਾਵ ਕੀ ਹੈ? ਜਿਵੇਂ ਬਾਹਰ ਬੋਡੀ ਖੜਦਾ ਹੈ, ਨਹੀਂ ਖੜੀ। ਖੜੀ ਭਾਵ ਕਿ ਤਿਆਰ ਹੈ ਕਿ ਹੁਕਮ ਪ੍ਰਗਟ ਹੋਵੇ ਤੇ ਮੈਂ ਛੇਤੀ ਕਰਾਂ। ਕਿਤੇ ਇਹੀ ਨਾ ਹੋਵੇ ਵੀ ਉੱਧਰੋਂ ਹੁਕਮ ਪ੍ਰਗਟ ਨਾ ਹੋਵੇ, ਮੈਂ ਖੜੀ ਰਹਾਂ ਤੇ ਮੇਰਾ ਸਰੀਰ ਛੁੱਟ ਜਾਵੇ। ਸਰੀਰ ਦੇ ਆ ਜਿਹੜਾ ਬਾਹਰਲਾ ਸਰੀਰ ਹੈ, ਇਹਦੇ ਅੰਦਰ ਰਹਿੰਦੇ ਰਹਿੰਦੇ ਹੁਕਮ ਪ੍ਰਗਟ ਹੋ ਜਾਵੇ। ਜੇ ਨਾ ਹੋਇਆ ਫਿਰ ਪ੍ਰੋਬਲਮ ਖੜੀ ਹੋਣੀ ਹੈ, ਫਿਰ ਦੁਬਾਰਾ ਸਰੀਰ ਧਾਰਨਾ। ਤਾਂ ਗੁਰਬਾਣੀ ਬਹੁਤ ਬਰੀਕੀ ਨਾਲ ਸਮਝਾਉਂਦੀ ਹੈ ਕਿ ਇੱਕ ਵਾਰੀ ਤੋਂ ਉਸ ਸ਼ਬਦ ਜਿਹੜਾ ਹੁਕਮ ਹੈ,
ਉਹ ਤੈਨੂੰ ਦੀ ਝਲਕ ਪੈ ਗਈ ਤੈਨੂੰ, ਫਿਰ ਤੂੰ ਦੁਬਾਰਾ ਨਹੀਂ ਮੁੜ ਕੇ ਆਉਂਦਾ ਇੱਥੇ। ਪਰ ਜਿੰਨਾ ਚਿਰ ਉਹਦੀ ਝਲਕ ਨਹੀਂ ਪੈਂਦੀ ਫਿਰ ਤੂੰ ਇੱਥੋਂ ਜਾਂਦਾ ਵੀ ਨਹੀਂ ਹੈ। ਦੋਏ ਕਰ ਜੋੜ ਖੜੀ ਤਕੈ ਤਕੈ, ਐਨ ਪੂਰੀ ਨੀਝ ਲਾ ਕੇ ਜੀਵ ਆਤਮਾ ਤਿਆਰ ਖੜੀ ਹੈ ਵੀ ਕੋਈ ਮਾਇਆ ਦਾ ਫੁਰਨਾ ਨਾ ਉੱਠ ਖੜੇ ਹੁਣ, ਸੱਚ ਹੀ ਉੱਠੇ। ਸੱਚ ਕਹੇ ਅਰਦਾਸ, ਬਸ ਉਹ ਕੇਰਾ ਅੰਦਰੋਂ ਸੱਚ ਕਹੇ। ਫਿਰ ਜਿਹੜਾ ਸਾਡਾ ਮੂਲ ਹੈ ਨਾ, ਉਹਨੇ ਸੱਚ ਬੋਲਣਾ। ਫਿਰ ਜਿਹੜਾ ਸੱਚਖੰਡ ਦਾ ਹੁਕਮ ਹੈ ਜੋ ਸਾਡੇ ਕੋਲ ਪੂਰਨ ਸੋਝੀ ਹੈ, ਜੋ ਪ੍ਰਗਟ, ਉਹ ਹੈ ਅਰਦਾਸ। ਫਿਰ ਇਹਦੀ ਆਪਣੀ ਹੋਂਦ ਖਤਮ ਹੋ ਜਾਣੀ ਹੈ। ਜਦੋਂ ਉਹ ਜਿਵੇਂ ਦਾਣੇ ਚੋਂ ਬੂਟਾ ਪੈਦਾ ਹੁੰਦਾ ਤੇ ਤੁਸੀਂ ਬੂਟੇ ਦੇ ਥੱਲੇ ਪੱਟ ਕੇ ਦੇਖੋ, ਉਹਦੇ ਥੱਲੇ ਦਾਣਾ ਹੀ ਨਹੀਂ ਹੁੰਦਾ, ਫਿਰ ਉਹ ਬੂਟਾ ਹੀ ਹੁੰਦਾ। ਇਸੇ ਤਰ੍ਹਾਂ ਹੀ ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਉਹਨਾਂ ਦੇ ਅੰਦਰੋਂ ਜਦੋਂ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ, ਫਿਰ ਆਤਮਾ ਵੀ ਖਤਮ, ਪ੍ਰਾਤਮਾ ਵੀ ਖਤਮ, ਫਿਰ ਉਹ ਇਕੱਲਾ ਪਰਮਾਤਮਾ ਰਹਿ ਜਾਂਦਾ। ਵੀ ਪਰਮਾਤਮ ਕੀ ਹੈ? ਉਹ ਹੈ ਸੱਚ ਸਰੂਪ, ਉਹ ਹੈ ਸ਼ੁੱਧ ਸਰੂਪ, ਉਹ ਹੈ ਬ੍ਰਹਮ ਗਿਆਨੀ, ਉਹ ਹੈ ਸਤਿਗੁਰ। ਉਹਦੇ ਥੱਲੇ ਔਂਕੜ ਪਊਗੀ ਰਾਰੇ ਦੀ, ਉੱਥੇ ਬ੍ਰਹਮ ਦੇ ਥੱਲੇ ਗਿਆਨੀ ਨਾਲ ਲੱਗ ਗਿਆ। ਲਾਲ ਰੱਤੀ ਸੱਚ ਭੈ ਬਸੀ, ਭਾਏ ਰੱਤੀ ਰੰਗ ਰਾਸ। ਕਹਿੰਦੇ ਲਾਲੀ ਹੈ ਫਿਰ ਤਾਂ, ਰੱਤੀ ਪਈ ਹੈ ਹੁਕਮ ਦੇ ਵਿੱਚ। ਉਹ ਜੀਵ ਆਤਮਾ ਜਦੋਂ ਬੂਟਾ ਪੌਦਾ ਪੈਦਾ ਹੁੰਦਾ, ਉਹਦੇ ਚੋਂ ਕਿੰਨੇ ਕੋਮਲ ਪੱਤੇ ਹੁੰਦੇ, ਉਹਦੇ ਲਾਲੀ ਹੁੰਦੀ ਆ ਉਹਨਾਂ ਪੱਤਿਆਂ ਦੇ ਵਿੱਚ। ਇਸੇ ਤਰ੍ਹਾਂ ਜਦੋਂ ਗੁਰਮੁਖ ਦੇ ਅੰਦਰੋਂ ਪਹਿਲਾ ਹੀ ਸ਼ਬਦ ਨਿਕਲਦਾ ਹਿਰਦੇ ਚੋਂ, ਉਹ ਇੰਨਾ ਸ਼ੁੱਧ ਹੁੰਦਾ। ਉਸੇ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਉਹ ਆਪਣੇ ਅੰਤਰਾਤਮਾ ਨੂੰ ਕਹਿੰਦੇ ਕਿ ਹੁਣ ਉਹੀ ਕੁਝ ਬੋਲਣਾ, ਲਾਲ ਹੀ ਲਾਲ ਬੋਲਣਾ, ਸੱਚ ਹੀ ਸੱਚ ਬੋਲਣਾ। ਜਿਵੇਂ ਸਾਡੇ ਇੱਥੇ ਸਾਰੇ ਸਰੀਰਾਂ ਦੇ ਅੰਦਰ ਖੂਨ ਲਾਲ ਹੈ ਨਾ, ਇਸੇ ਤਰ੍ਹਾਂ ਗੁਰਮੁਖਾਂ ਦੇ ਅੰਦਰ ਨਾਮ ਵੀ ਲਾਲ ਹੀ ਹੈ, ਹੁਕਮ ਵੀ ਲਾਲ ਹੀ ਹੈ। ਉਹਨਾਂ ਦੇ ਸਾਰਿਆਂ ਦੇ ਅੰਦਰਲੇ ਸਰੀਰ ਦੇ ਅੰਦਰ ਲਾਲ ਰੰਗ ਦਾ ਹੁਕਮ ਹੀ ਹੈ। ਲਾਲ ਰੰਗ ਤਿਸ ਕੋ ਲੱਗਾ, ਬਾਹਰਲਾ ਰੰਗ ਲਾਲ ਨਹੀਂ ਹੈ, ਇਹ ਹੁਕਮ ਦਾ ਰੰਗ ਲਾਲ ਹੈ। ਕਿਉਂਕਿ ਹੁਕਮ 'ਚ ਬਹੁਤ ਕੁਛ ਹੋਣਾ ਹੈ, ਬੜੀਆਂ ਮਾਨਤਾਵਾਂ ਟੁੱਟਣੀਆਂ ਨੇ, ਬੜਿਆਂ ਨੇ ਦੁਖੀ ਵੀ ਹੋਣਾ ਹੈ, ਬੜਿਆਂ ਨੇ ਖੁਸ਼ ਵੀ ਹੋਣਾ ਹੈ, ਬੜਿਆਂ ਹਨੇਰੀਆਂ ਵੀ ਚੱਲਣੀਆਂ ਨੇ, ਬਹੁਤ ਕੁਛ ਹੋਣਾ ਹੈ ਜਦੋਂ ਸੱਚ ਨੇ ਪ੍ਰਗਟ ਹੋਣਾ। ਕੂੜ ਨਖੁੱਟੈ ਨਾਨਕਾ, ਕੂੜ ਨੇ ਨਖੁੱਟਣਾ ਵੀ ਹੈ। ਪੂੜਕ ਸੱਚ ਰਹੀ ਤਾਂ ਸੱਚ ਰਹਿ ਜਾਣਾ। ਬਹੁਤ ਕੁਛ ਹੁੰਦਾ ਜਦੋਂ ਸੱਚ ਨਿਰੋਲ ਪ੍ਰਗਟ ਹੁੰਦਾ, ਸ਼ੁੱਧ ਸੱਚ। ਜਦੋਂ ਮਿਕਸਅਪ ਸੱਚ ਚੱਲਦਾ ਉਦੋਂ ਨਹੀਂ ਇੰਨਾ ਫਰਕ ਪੈਂਦਾ। ਮਿਕਸਅਪ ਦੇ ਵਿੱਚ ਕੀ ਹੁੰਦਾ, 10 ਗੱਲਾਂ ਝੂਠੀਆਂ ਕਹਿ ਦਿਓ, 2 ਸੱਚੀਆਂ ਕਹਿ ਦਿਓ, ਕੋਈ ਮਿਹਨਤ ਨਹੀਂ ਦਿਖਾਉਂਦੀ। ਪਰ ਜਿੱਥੇ ਪਿਓਰ ਦੀਆਂ ਪਿਓਰ 10 ਗੱਲਾਂ ਸੱਚੀਆਂ ਆਉਣੀਆਂ ਨੇ, 10 ਵਸਤੂ ਲੈ ਪਾਛੇ ਪਾਵੈ, ਜਦੋਂ 10 ਵਸਤੂਆਂ ਪੂਰੀਆਂ ਆਉਣੀਆਂ ਨੇ ਫਿਰ ਸਾਰੇ ਪਿੱਛੇ ਹਟ ਜਾਂਦੇ ਆ। ਏਕ ਵਸਤ ਕਾਰਨ ਵਿਖੋਟ ਗਵਾਵਾ, ਜਦੋਂ 10 ਦੇ ਵਿੱਚ ਇੱਕ ਸੱਚੀ ਹੁੰਦੀ ਹੈ ਫਿਰ ਨਹੀਂ ਕੋਈ ਝਗੜਾ ਕਰਦਾ, ਫਿਰ ਨਹੀਂ ਵਿਖੋਟ ਗਵਾਉਂਦਾ। ਅਗਲਾ ਕਹਿੰਦਾ ਕੋਈ ਨਹੀਂ, ਚੱਲ ਇੰਨੀ ਕੁ ਤਾਂ ਚੱਲਦਾ ਹੀ ਹੈ। ਕਹਿੰਦੇ ਏਕ ਵੀ ਨਾ ਦੇ, ਕਹਿੰਦੇ ਜੇ ਇੱਕ ਵੀ ਨਾ ਦਵੇ, ਉਹ ਇੱਕ ਵੀ ਗੱਲ ਦੀ ਕੋਈ ਸੋਝੀ ਨਾ ਹੋਣ ਦੇਵੇ। 10 ਪੀ ਫਿਰ ਲੈ, 10 ਦੇ ਵਿੱਚ ਐਡੀ ਤਾਕਤ ਹੈ, ਉਹ ਸਾਰਾ ਕੁਝ ਹੀ ਖੋਹ ਲੈਂਦਾ। ਸਾਡਾ ਜਿਹੜਾ ਸੰਸਾਰੀ ਸੱਚ ਉਹਦੇ ਮੂਹਰੇ ਕੁਛ ਵੀ ਨਹੀਂ ਕਰਦਾ ਜਦੋਂ ਨਿਰਾਕਾਰੀ ਸੱਚ ਪ੍ਰਗਟ ਹੁੰਦਾ। ਜਦੋਂ ਸੂਰਜ ਚੜ੍ਹਦਾ, ਚੰਦਰਮਾ, ਤਾਰੇ, ਇਹਨਾਂ ਦੀ ਰੌਸ਼ਨੀ ਕੁਛ ਨਹੀਂ ਕਰਦੀ। ਸਾਡੀਆਂ ਲਾਈਟਾਂ ਇੱਥੇ ਜਿੰਨੀਆਂ ਮਰਜ਼ੀ ਜਗਾਈ ਚੱਲੀਏ, ਅਸੀਂ ਕੁਛ ਨਹੀਂ ਕਰਦੇ ਹਾਂ। ਉਹ ਹੈ ਅਰਦਾਸ।